ਦੇਸ਼ ਕਲਿੱਪ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਮੌਸਮ ਚੇਂਜ ਹੋ ਰਿਹਾ, ਦਿਨੋਂ ਦਿਨ ਠੰਡ ਦਾ ਮੌਸਮ ਆ ਰਿਹਾ, ਪਰ 2022 ਦੀਆਂ ਚੋਣਾਂ ਨੇੜੇ ਆਉਣ ਦੀਆਂ ਕਾਰਨ ਦਿਨੋਂ ਦਿਨ ਰਾਜਨੀਤਿਕ ਜਿਹੜੇ ਆ ਮਾਹੌਲ ਗਰਮ ਹੁੰਦਾ ਜਾ ਰਿਹਾ। ਇਸ ਮਾਹੌਲ ਦੇ ਵਿੱਚ ਹਰੇਕ ਪੋਲੀਟੀਕਲ ਪਾਰਟੀ, ਰਾਜਨੀਤਿਕ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਲਈ ਆਪਣੇ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੇ ਵੱਲ ਖਿੱਚਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਐਲਾਨ ਕਰ ਰਹੀ ਆ, ਬਿਆਨ ਕਰ ਰਹੇ ਆ। ਅਤੇ ਪਿਛਲੇ ਸਮੇਂ ਦੇ ਦੌਰਾਨ ਜਦੋਂ ਪੰਜਾਬ ਦੀ ਸਤ੍ਹਾ ਦੇ ਵਿੱਚ ਕਾਫੀ ਵੱਡੀ ਤਬਦੀਲੀ ਆਈ, ਮੁੱਖ ਮੰਤਰੀ ਨੂੰ ਇੱਕ ਨੂੰ ਲਾਹਿਆ ਗਿਆ, ਦੂਜੇ ਮੁੱਖ ਮੰਤਰੀ ਬਣਿਆ, ਉਸ ਤੋਂ ਬਾਅਦ ਕਈ ਐਲਾਨ ਕੀਤੇ ਜਾ ਰਹੇ ਨੇ ਅਤੇ ਬਿਆਨ ਦਿੱਤੇ ਜਾ ਰਹੇ ਨੇ। ਇਹਨਾਂ ਐਲਾਨਾਂ ਬਿਆਨਾਂ ਦੇ ਵਿੱਚ ਅਸਲੀਅਤ ਜਿਹੜੀ ਹੈਗੀ ਆ ਉਸ ਨੂੰ ਦੇਖਣਾ ਗਾ ਕਿ ਕੀ ਉਸ ਨੂੰ ਅਸਲੀ ਰੂਪ ਦਿੱਤਾ ਜਾ ਸਕਦਾ ਐਲਾਨਾਂ ਅਤੇ ਬਿਆਨਾਂ ਦਾ। ਅਤੇ ਅਸੀਂ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਦੇਸ਼ ਕਲਿੱਕ ਦੇ ਐਡੀਟਰ ਸੁਖਦੇਵ ਸਿੰਘ ਪਟਵਾਰੀ ਜੀ। ਅਸੀਂ ਚਰਚਾ ਕਰਨ ਦੇ ਲਈ ਉਹਨਾਂ ਦਾ ਇੱਕ ਸਵਾਗਤ ਕਰਦੇ ਹਾਂ। ਸੁਖਦੇਵ ਸਿੰਘ ਪਟਵਾਰੀ ਜੀ, ਰਾਜਨੀਤਿਕ ਮਾਹੌਲ ਗਰਮ ਹੋ ਰਿਹਾ, ਮੌਸਮ ਠੰਡਾ ਹੋ ਰਿਹਾ। ਇਸ ਸਮੇਂ ਦੌਰਾਨ ਮੁੱਖ ਮੰਤਰੀਆਂ ਵੱਲੋਂ, ਸੱਤਾਧਾਰੀਆਂ ਵੱਲੋਂ ਬੜੇ ਐਲਾਨ ਕੀਤੇ ਜਾ ਰਹੇ ਹੈਗੇ, ਇਹ ਦੇਵਾਂਗੇ, ਇਹ ਦੇਵਾਂਗੇ। ਦੂਜੀਆਂ ਪਾਰਟੀਆਂ ਵੀ ਵਾਅਦੇ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਕੀ ਲੱਗ ਰਿਹਾ ਕਿ ਇਹਨਾਂ ਨੂੰ ਹਕੀਕਤ ਰੂਪ ਦਿੱਤਾ ਜਾ ਸਕਦਾ? ਕੋਟਲੀ ਜੀ ਦੇਖੋ, ਜਦੋਂ ਚੋਣਾਂ ਦਾ ਮੌਸਮ ਆਉਂਦਾ ਹੈ, ਚੋਣ ਮੌਸਮ ਦੇ ਵਿੱਚ ਨਾ ਹਰ ਇੱਕ ਪਾਰਟੀ ਨੂੰ ਇਹ ਲੱਗਦਾ ਵੀ ਅਸੀਂ ਲੋਕਾਂ ਨੂੰ ਭਰਮਾ ਕਿਵੇਂ ਸਕਦੇ ਹਾਂ। ਇਹ ਭਰਮਾਉਣ ਦੀ ਜਿਹੜੀ ਸ਼ੈਲੀ ਹੈ ਉਹਦੇ ਲਈ ਬੜੀਆਂ ਬੜੀਆਂ ਕੰਪਨੀਆਂ ਹਾਇਰ ਕੀਤੀਆਂ ਜਾਂਦੀਆਂ ਨੇ, ਬੜੇ ਬੜੇ ਮਤਲਬ ਢੋਂਗ ਰਚੇ ਜਾਂਦੇ ਨੇ, ਬੜੀਆਂ ਬੜੀਆਂ ਮਤਲਬ ਸਕੀਮਾਂ ਸਾਹਮਣੇ ਲੋਕਾਂ ਦੇ ਰੱਖੀਆਂ ਜਾਂਦੀਆਂ ਨੇ। ਅਤੇ ਸਭ ਤੋਂ ਵੱਡੀ ਜਿਹੜੀ ਅੱਜ ਕੱਲ੍ਹ ਗੱਲ ਹੋ ਗਈ ਵੀ ਲੋਕ ਲਵਾਓ ਨਾਅਰੇ, ਵੀ ਅਸੀਂ ਤੁਹਾਡੇ ਲਈ, ਤੁਸੀਂ ਐਂ ਕਰੋ ਵੀ ਸਾਨੂੰ ਇੱਕ ਵਾਰੀ ਜਿਵੇਂ ਕਿਵੇਂ ਲੈ ਆਓ ਅਤੇ ਤੁਹਾਨੂੰ ਅਸੀਂ ਅਸਮਾਨ ਤੋਂ ਤਾਰੇ, ਸੂਰਜ, ਚੰਨ ਜੋ ਤੁਹਾਨੂੰ ਚਾਹੀਦਾ ਅਸੀਂ ਤੋੜ ਕੇ ਲਿਆ ਦਾਂਗੇ। ਅਤੇ ਅੱਜ ਜਿੰਨੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ, ਅੱਜ ਉੱਪਰ ਤੋਂ ਉੱਪਰ ਗੱਲ ਹੋ ਰਹੀ ਹੈ। ਅੱਜ ਦੇਖੋ, ਪਿਛਲੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ, ਉਹ ਹੁਣ ਪਿਛਲੇ 1.5-2 ਮਹੀਨੇ ਤੋਂ ਚਲੇ ਗਏ ਅਤੇ ਨਵੇਂ ਪਾਰਟੀ ਦੇ ਉਹਨਾਂ ਦੇ ਮੁੱਖ ਮੰਤਰੀ ਆ ਗਏ। ਹੁਣ ਇੱਕ ਝੜੀ ਲੱਗੀ ਹੋਈ ਹੈ, ਜਿਹੜੀ ਵੀ ਗੱਲ ਕੋਈ ਕਿਸਾਨ, ਹੁਣ ਕੱਲ੍ਹ ਕਿਸਾਨਾਂ ਦੀ ਮੀਟਿੰਗ ਹੋਈ, ਕਿਸਾਨਾਂ ਨੇ ਜੋ ਰੱਖਿਆ ਉਹੀ ਹੋ ਜੂ, ਜੋ ਰੱਖਿਆ ਉਹੀ ਹੋ ਜੂ। ਅਤੇ ਇਸੇ ਤਰ੍ਹਾਂ ਮੁਲਾਜ਼ਮਾਂ ਨੇ, ਜਿਹੜੇ ਕੱਚੇ ਮੁਲਾਜ਼ਮ ਨੇ 36,000 ਮੁਲਾਜ਼ਮ ਪੱਕਾ ਹੋ ਜਾਊਗਾ। ਅਤੇ ਜਿਹੜੇ ਤੁਸੀਂ ਇਸ਼ੂ ਮਹਿੰਗੀ ਬਿਜਲੀ ਹੈ, ਮਹਿੰਗੀ ਬਿਜਲੀ ਸਸਤੀ ਕਰਤੀ 3 ਰੁਪਏ। ਅਤੇ ਇਸੇ ਤਰ੍ਹਾਂ ਹੀ ਜਿਹੜਾ ਪੈਟਰੋਲ ਹੈ, ਡੀਜ਼ਲ ਹੈ, ਪਹਿਲਾਂ ਇਹਨੂੰ 60 ਰੁਪਏ ਤੋਂ, ਈਵਨ ਮੈਂ ਕਹਿੰਦਾ ਵੀ ਜਦੋਂ ਮੋਦੀ ਸਰਕਾਰ ਆਈ ਹੈ 52 ਰੁਪਏ ਡੀਜ਼ਲ ਹੁੰਦਾ ਸੀ, ਅਤੇ ਉਹਨੂੰ ਚੱਕ ਕੇ ਜਦੋਂ ਤੁਸੀਂ 110 ਰੁਪਏ 100 ਰੁਪਏ 'ਤੇ ਲੈ ਜਾਂਦੇ ਹੋ ਅਤੇ ਮੁੜ ਕੇ 5-10 ਰੁਪਏ ਘਟਾ ਕੇ, ਅਤੇ ਫਿਰ ਉਹਨੂੰ ਕਹਿਣ ਦੀ ਭਾਸ਼ਾ ਵੀ ਇਹ ਹੈ ਵੀ ਤੋਹਫੇ। ਮੈਂ ਇਹ ਸਮਝਦਾ ਵੀ ਸਾਰੀਆਂ ਪਾਰਟੀਆਂ, ਅਕਾਲੀ ਦਲ ਉਦੋਂ ਵੱਧ ਵਾਅਦਿਆਂ ਦੀ ਦੌੜ 'ਚ ਹੈ। ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਵੀ ਅਸੀਂ ਰਵਾਇਤੀ ਸਿਆਸਤ ਨੂੰ ਬਦਲਣ ਵਾਸਤੇ ਆਇਆ ਅਤੇ ਨਵੇਂ ਚੇਂਜ ਲਿਆਵਾਂਗੇ ਨਵੇਂ ਰੂਪ ਦੇ ਵਿੱਚ, ਉਹ ਵੀ ਅੱਜ ਮਤਲਬ ਹੋਰ ਕੋਈ ਉਹਨਾਂ ਕੋਲ ਨਵੀਂ ਗੱਲ ਨਹੀਂ, ਬਜਾਏ ਇਹਦੇ ਵੀ ਉਹ ਵੀ ਪਾਪੂਲਰ, ਜਿਹੜੇ ਜਿਹਨੂੰ ਆਪਾਂ ਪਾਪੂਲਰ ਨਾਅਰੇ ਕਹਿੰਦੇ ਹਾਂ, ਮਤਲਬ ਲੋਕ ਲਵਾਊ ਨਾਅਰੇ ਨੇ ਜਿਹੜੇ, ਉਹ ਦੇਣ ਦੇ ਵਿੱਚ ਮਸ਼ਰੂਫ ਨੇ। ਅਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਇਹ ਗੱਲ ਲੋਕਾਂ ਨੂੰ ਚੌਕਸ ਕਰਵਾਉਣ ਲਈ ਗੱਲ ਕਰੂੰਗਾ ਵੀ ਮੇਰੇ ਜਿਹੜੇ ਸਾਰੇ ਸੁਣਨ ਵਾਲੇ ਸਰੋਤੇ ਦੋਸਤ ਨੇ ਮੇਰੀ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਭ ਦੀ ਸੁਣੋ, ਆਪਦੇ ਮਨ ਦੀ ਕਰੋ। ਆਪਦੇ ਮਨ ਦੀ ਕੀ ਕਰਨੀ ਹੈ, ਇਹ ਹੁਣ ਤੁਹਾਨੂੰ ਮਤਲਬ ਸੋਚਣਾ ਪਊਗਾ, ਗੰਭੀਰਤਾ ਦੇ ਨਾਲ ਸੋਚਣਾ ਪਊਗਾ ਵੀ ਤੁਹਾਡਾ ਮਨ ਅਤੇ ਸਿਆਸੀ ਪਾਰਟੀਆਂ ਦਾ ਮਨ, ਸਿਆਸੀ ਲੋਕਾਂ ਦਾ ਮਨ ਬਿਲਕੁਲ ਹੋਰ ਹੈ। ਸੱਤਾ ਦਾ ਲਾਲਚ ਤੁਹਾਨੂੰ ਹਰ ਇੱਕ ਚੀਜ਼ ਦੇਣ ਲਈ ਤਿਆਰ, ਅਤੇ ਪਰ ਜਦੋਂ ਰਾਜ ਸੱਤਾ 'ਤੇ ਆ ਗਏ, ਤੁਹਾਡੀ ਹਰ ਇੱਕ ਚੀਜ਼ ਖੋਹਣ ਦੇ ਚੱਕਰ 'ਚ ਅਤੇ ਉਦੋਂ ਆਪਦੇ ਘਰ ਭਰਨ ਦੇ ਚੱਕਰ 'ਚ, ਇਹ ਗੱਲ ਧਿਆਨ 'ਚ ਰੱਖਣੀ ਪਊਗੀ ਲੋਕਾਂ ਨੂੰ। ਹੋਰ ਬੜੀ ਵਧੀਆ ਦੇਖਣ ਵਾਲੀ ਚੀਜ਼ ਹੈਗੀ ਜਿਹੜੀ ਉਹ ਆ, 10 ਸਾਲ ਅਕਾਲੀ ਸੱਤਾ ਦੇ ਵਿੱਚ ਰਹਿੰਦੇ ਆ, 5 ਸਾਲ ਦੇ ਕਰੀਬ ਹੋ ਗਏ ਕਾਂਗਰਸ ਸੱਤਾ 'ਚ ਆਈ ਆ, ਪਰ ਉਦੋਂ ਉਸ ਸਮੇਂ ਦੌਰਾਨ ਇਹਨਾਂ ਦਾ ਇੱਕੋ ਵਿੱਤ ਮੰਤਰੀ ਜਿਹੜਾ ਸਾਂਝਾ ਹੀ ਆ। ਅਕਾਲੀਆਂ ਵੇਲੇ ਵੀ ਮਨਪ੍ਰੀਤ ਬਾਦਲ ਸੀ, ਕਾਂਗਰਸ ਵੇਲੇ ਵੀ ਮਨਪ੍ਰੀਤ ਬਾਦਲ ਆ। ਜਦੋਂ ਲੋਕਾਂ ਨੂੰ ਦੇਣ, ਅੱਜ ਮਹੀਨਾ ਪਹਿਲਾਂ, 1.5 ਮਹੀਨਾ ਪਹਿਲਾਂ ਦੀ ਗੱਲ ਕਰ ਲਓ ਜੇ, ਜਦੋਂ ਮੁਲਾਜ਼ਮਾਂ ਨੂੰ ਜਾਂ ਕਿਸੇ ਹੋਰ ਵਰਗ ਨੂੰ ਦੇਣ ਦੀ ਗੱਲ ਹੁੰਦੀ ਸੀ
ਤਾਂ ਇਹੀ ਖਜ਼ਾਨਾ ਮੰਤਰੀ ਜੀ ਮਨਪ੍ਰੀਤ ਸਿੰਘ ਬਾਦਲ ਇੱਕ ਇਹ ਚੀਜ਼ ਕਹਿੰਦੇ ਹੁੰਦੇ ਸੀ, ਖਜ਼ਾਨਾ ਖਾਲੀ ਹੈ। ਬਿਲਕੁਲ। ਹੁਣ ਇਹ ਇਹੋ ਜਿਹਾ ਕੀ ਚਮਤਕਾਰ ਹੋ ਗਿਆ ਕਿ ਸਰਕਾਰ ਇੱਕੋ ਦਮ ਵਾਅਦੇ ਕਰਨ ਲੱਗੀ ਆ ਵੀ ਦੇ ਦਾਂਗੇ, ਖਜ਼ਾਨੇ ਦੇ ਵਿੱਚ ਕੋਈ ਪੈਸਾ ਆਇਆ? ਦੇਖੋ ਇਹ ਮਤਲਬ ਸਿਆਸੀ ਪਾਰਟੀਆਂ ਦੀ ਕਲਾਕਾਰੀ ਹੈ, ਮਤਲਬ ਸਿਆਸੀ ਬੰਦਿਆਂ ਦੀ ਵੀ ਕਲਾਕਾਰੀ ਹੁੰਦੀ ਹੈ। ਕੁਛ ਨਹੀਂ ਆਇਆ, ਕੁਛ ਨਹੀਂ ਗਿਆ, ਸਿਰਫ ਬੰਦੇ ਬਦਲੇ ਤੇ ਬੰਦਿਆਂ ਨੂੰ ਬਦਲ ਕੇ ਰੂਪ ਜਿਹੜਾ ਨਵਾਂ ਆਇਆ, ਉਹਨਾਂ ਨੇ ਆਪਦੇ ਜਿਹੜੇ ਵਾਅਦੇ ਨੇ ਉਹ ਨਵੇਂ ਰੂਪ ਦੇ ਵਿੱਚ ਤਰਾਸ਼ਣੇ ਸ਼ੁਰੂ ਕਰਤੇ। ਕਿਉਂਕਿ ਕਾਂਗਰਸ ਨੂੰ ਪਤਾ ਸੀ, ਕਾਂਗਰਸ ਨੂੰ ਇਹ ਪੂਰਾ ਪਤਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਡੇ ਵਾਅਦੇ ਕੀਤੇ ਸੀ, ਘਰ ਘਰ ਰੁਜ਼ਗਾਰ ਦਾ, ਕਿਸਾਨਾਂ ਦੇ ਸਾਰੇ ਕਰਜ਼ੇ, ਜਿਹਨੂੰ 90,000 ਕਿਸਾਨ ਤਾਂ ਕਹਿੰਦੇ ਨੇ ਵੀ 1.25 ਕਰੋੜ ਸੀ, ਤੇ ਇਹ ਕਹਿੰਦੇ ਸੀ ਵੀ 90,000 ਕਰੋੜ ਕਰਜ਼ਾ ਉਹ ਸਾਰਾ ਆੜ੍ਹਤੀਆ, ਕੋਆਪਰੇਟਿਵ, ਕਮਰਸ਼ੀਅਲ ਬੈਂਕਾਂ ਸਭ ਮਾਫ ਕਰ ਦਾਂਗੇ, ਤੇ ਇਹ ਤੋਂ ਬਿਨਾਂ ਜਿਹਨੂੰ ਨੌਕਰੀ ਨਹੀਂ ਮਿਲਣੀ ਉਹਨੂੰ 2500 ਰੁਪਈਆ, ਕਿੰਨੀਆਂ ਪੈਨਸ਼ਨਾਂ ਦੀਆਂ ਗੱਲਾਂ, ਕਿੰਨਾ ਕੁਝ, ਉਹ ਸਭ ਕੁਝ ਹੋਇਆ। ਤੇ ਹੁਣ ਵੀ ਉਹੀ ਗੱਲ ਉਵੇਂ ਦੀ ਉਵੇਂ ਖੜੀ ਆ। ਤੁਸੀਂ ਦੱਸੋ ਵੀ ਜਦੋਂ ਕੋਈ ਸਰਕਾਰ 5 ਸਾਲ ਹੰਢਾ ਲੇ, ਪੌਣੇ 5 ਹੰਢਾ ਕੇ, ਤੇ ਪਿਛਲੇ 3 ਮਹੀਨਿਆਂ 'ਚ ਫੇਰ ਕਹੇ ਵੀ ਮੈਂ ਆਹ ਕਰ ਦੂੰਗਾ, ਆਹ ਕਰ ਦੂੰਗਾ, ਮੈਂ ਕਹਿੰਦਾ ਵੀ ਇਹ ਲੋਕਾਂ ਨੂੰ ਭਰਮਾਉਣ ਤੋਂ ਬਿਨਾਂ ਕੋਈ ਗੱਲ ਨਹੀਂ। ਇਹੀ ਕੰਮ ਅਕਾਲੀ ਦਲ ਕਰਦਾ ਰਿਹਾ। ਅਕਾਲੀ ਦਲ ਦੇ ਜਿੰਨੇ ਵੀ ਇਸ਼ੂ ਸੀ, ਕਾਂਗਰਸ ਦੇ ਜਿੰਨੇ ਅਕਾਲੀ ਦਲ ਦੇ ਖਿਲਾਫ ਇਸ਼ੂ ਸੀ, ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਤੇ ਜਿੰਨੇ ਵੀ ਇਹ ਮਤਲਬ ਟਰਾਂਸਪੋਰਟ ਮਾਫੀਆ, ਉਹ ਹੁਣ ਬਿਲਕੁਲ ਉਹੀ ਪਾਸਾ ਪਲਟ ਕੇ ਅਕਾਲੀ ਦਲ ਦੇ, ਬਸਪਾ ਦੇ, ਆਮ ਆਦਮੀ ਪਾਰਟੀ ਦੇ ਇਸ਼ੂ ਬਣ ਗਏ। ਤੇ ਪਰ ਮੈਂ ਇੱਕ ਗੱਲ ਲੋਕਾਂ ਨੂੰ ਇਹ ਗੱਲ ਕਹੂੰਗਾ ਵੀ ਲੋਕਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਵੀ ਇਹ ਵਾਅਦੇ ਕਰਨ ਵਾਲੇ ਤਾਂ ਵਾਅਦੇ, ਐਲਾਨ, ਬਿਆਨ, ਇਹ ਸਭ ਕੁਝ ਉਹ ਕਰਨਗੇ, ਪਰ ਅਮਲ ਕੀ ਹੈ? ਅਮਲ 'ਤੇ ਦੇਖਣਾ ਤੁਹਾਨੂੰ। ਜੇ ਤੁਸੀਂ ਅਮਲ 'ਤੇ ਨਿਗਾਹ ਰੱਖੀ, ਉਹ ਮੈਂ ਤੁਹਾਨੂੰ ਮੈਂ ਇੱਕ ਸੰਖੇਪ 'ਚ ਇਹ ਗੱਲ ਦੱਸਣੀ ਚਾਹੂੰਗਾ ਵੀ ਅਮਲ ਕਿਹਦੇ 'ਤੇ ਨਿਗਾਹ ਰੱਖਣ ਦੀ ਲੋੜ ਹੈ। ਤੁਹਾਨੂੰ ਦੇਖਣ ਦੀ ਲੋੜ ਹੈ ਸਰਵਜਨਕ ਸਾਧਨ ਨੇ, ਜਿਹੜੇ ਸਰਵਜਨਕ ਖਜ਼ਾਨੇ ਨੇ, ਉਹਨਾਂ ਨੂੰ ਲੁੱਟਦਾ ਕੌਣ ਹੈ? ਉਹ ਖਜ਼ਾਨੇ ਕਿਹੜੇ ਨੇ? ਖਜ਼ਾਨੇ ਇਹ ਨੇ ਜਿਹਦੇ ਨਾਲ ਸਰਕਾਰ ਦਾ ਖਜ਼ਾਨਾ ਭਰਨਾ। ਉਹ ਖਜ਼ਾਨਾ ਕੀ ਹੈ? ਸ਼ਰਾਬ ਤੋਂ ਐਕਸਾਈਜ਼ ਮਿਲਦਾ। ਕਿੰਨਾ ਮਿਲਿਆ? ਇਹੀ ਆ ਤੁਸੀਂ ਪਿਛਲੇ ਸਮੇਂ 'ਚ ਅਮਰਿੰਦਰ ਸਿੰਘ ਵੇਲੇ ਕਿੱਡਾ ਰੌਲਾ ਪਿਆ, ਤੇ ਐਕਸਾਈਜ਼ ਜਿਹੜਾ ਸਕੱਤਰ ਸੀ, ਉਹ ਚੀਫ ਸੈਕਟਰੀ, ਉਹਦਾ ਮੁੰਡਾ ਖੁਦ ਆਪ ਇਸ ਚੀਜ਼ ਦੇ ਵਿੱਚ ਇਨਵੋਲਵ ਸੀ, ਤੇ ਉਹ ਉਦੋਂ ਨੰਗਾ ਹੋਇਆ। 5-7 ਫੈਕਟਰੀਆਂ ਸ਼ਰਾਬ ਦੀਆਂ ਜਿਹੜੀਆਂ ਉਦੋਂ ਆਈਆਂ, 100-150 ਬੰਦਾ ਇਸ ਜਿਹੜੀ ਦੇਸੀ ਸ਼ਰਾਬ ਨਾਲ ਮਰਿਆ। ਉਦੋਂ ਬੜੇ ਕੀਤੇ ਗਏ ਜੀ, ਫਾਂਸੀ ਲਾ ਦਾਂਗੇ। ਉਦੋਂ ਇਹ ਹੋਇਆ ਵੀ ਜਿਹੜੇ ਮਤਲਬ ਫੈਕਟਰੀਆਂ ਸ਼ਰਾਬ ਦੀਆਂ ਇਹ ਨਜਾਇਜ਼ ਨੇ, ਉਹਨਾਂ ਨੂੰ ਅਸੀਂ ਸਖਤ ਤੋਂ ਸਖਤ ਸਜ਼ਾ ਦੇਵਾਂਗੇ। ਨਾ ਅਜੇ ਤੱਕ ਕੋਈ ਫੈਕਟਰੀ ਦਾ ਪਤਾ ਲੱਗਿਆ, ਨਾ ਕਿਸੇ ਨੂੰ ਸਜ਼ਾ ਮਿਲੀ ਹੈ। 150 ਬੰਦੇ ਦੇ ਕਰੀਬ, 135 ਦੇ ਕਰੀਬ ਬੰਦੇ ਹੀ ਮਰ ਗਏ, ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਇਵੇਂ ਹੀ ਖੰਡ ਮਾਫੀਆ ਜਿਹੜਾ 5 ਸਾਲ ਹੋ ਗਏ, 10 ਸਾਲ ਪਹਿਲਾਂ ਅਕਾਲੀ ਦਲ ਇਸ ਤਰ੍ਹਾਂ ਹੁੰਦਾ ਰਿਹਾ, ਤੇ ਉਹ ਜਿਹੜਾ ਖੰਡ ਦਾ ਮਸਲਾ ਸੀ, ਕੈਪਟਨ ਅਮਰਿੰਦਰ ਸਿੰਘ ਇਹ ਮਤਲਬ ਹੈਲੀਕਾਪਟਰ ਲੈ ਕੇ ਉੱਪਰੋਂ ਫੋਟੋਆਂ ਦਿਖਾ ਰਹੇ ਨੇ, ਤੇ ਅੱਜ ਦੇ ਮੁੱਖ ਮੰਤਰੀ ਵੀ ਉਹੀ ਗੱਲ ਕਹਿ ਰਹੇ ਨੇ ਵੀ ਹੁਣ ਨਹੀਂ ਜੇ ਹੋਊਗਾ। ਹੋ ਸਭ ਕੁਝ ਅੱਜ ਵੀ ਰਿਹਾ, ਰੋਜ਼ ਅਖਬਾਰਾਂ 'ਚ ਖਬਰਾਂ ਆ ਰਹੀਆਂ ਨੇ। ਇਹ 10,000 ਕਰੋੜ ਦਾ ਮਤਲਬ ਇਸ ਸਰਕਾਰ ਦਾ ਜਿਹੜਾ ਪ੍ਰਧਾਨ ਹੈ ਨਵਜੋਤ ਸਿੱਧੂ ਕਹਿ ਰਿਹਾ ਵੀ 10,000 ਕਰੋੜ ਮਤਲਬ ਇਸ ਤੋਂ ਕਮਾਈ ਹੋ ਸਕਦੀ ਹੈ। 7-8 ਹਜ਼ਾਰ ਕਰੋੜ ਐਕਸਾਈਜ਼ ਤੋਂ ਕਮਾਈ ਹੁੰਦੀ ਹੈ ਉਹਦੇ ਤੋਂ। ਇਹ ਤੋਂ ਬਿਨਾਂ ਜਿਹੜਾ ਆਪਣਾ ਕੇਬਲ ਹੈ, ਕੇਬਲ ਦੇ ਕਰੋੜਾਂ ਕਨੈਕਸ਼ਨ ਨੇ ਲੋਕਾਂ ਦੇ ਘਰਾਂ ਦੇ ਵਿੱਚ, ਨੈੱਟ ਦੇ ਮਤਲਬ ਜਿਹੜੇ ਟੀਵੀ ਦੇ, ਇੰਟਰਨੈੱਟ ਦੇ, ਫੋਨਾਂ ਦੇ, ਤੇ ਕਰੋੜਾਂ ਕਨੈਕਸ਼ਨਾਂ ਤੋਂ 300, 250, 500 ਦੇ ਸਾਰੇ ਉਹ ਲੈ ਜਾ ਰਹੇ ਨੇ। ਤੇ ਉਹ ਜਿਹੜਾ ਸਾਰਾ ਕੁਛ ਹੈ ਉਹਨੂੰ ਉਹ ਅੱਜ ਫੇਰ ਉਵੇਂ ਦਾ ਉਵੇਂ ਉਹਦਾ ਦੁਆਨੀ ਵੀ ਪਤਾ ਨਹੀਂ ਲੋਕਾਂ ਨੂੰ ਵੀ ਖਜ਼ਾਨੇ 'ਚ ਕੀ ਆਉਂਦਾ। ਇਸੇ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਮਤਲਬ ਟਰਾਂਸਪੋਰਟ ਦੇ ਵਿੱਚ 6,000 ਬੱਸ ਅੱਜ ਸੁਖਬੀਰ ਬਾਦਲ ਕਹਿ ਰਿਹਾ, ਕਹਿੰਦਾ ਸਾਡੀਆਂ 30-40 ਫੜ ਲਈਆਂ, ਤੇ ਬਾਕੀ ਜਿਹੜੀ 5-6 ਹਜ਼ਾਰ ਆ ਉਹਨੂੰ ਕਿਉਂ ਨਹੀਂ ਫੜਦੇ ਹੈਗੇ? ਜਿਹਦਾ ਮਤਲਬ ਸਭ ਕੁਝ ਕਾਲਾ ਮਾਲਾ ਚੱਲ ਰਿਹਾ। ਇਹ ਜਨਤਕ ਖਜ਼ਾਨੇ ਜਿਹੜੇ ਸੋਰਸ ਨੇ, ਇਹਨਾਂ ਤੋਂ ਪੈਸਾ ਖਜ਼ਾਨੇ 'ਚ ਆਊਗਾ ਤਾਂ ਖਜ਼ਾਨਾ ਭਰੂਗਾ, ਤੇ ਤਾਂ ਲੋਕਾਂ ਨੂੰ ਇਹ ਗੱਲ ਮਿਲੂਗੀ। ਜਿਹੜੀ ਗੱਲ ਤੁਸੀਂ ਕਰੀ ਸੀ ਵੀ ਖਜ਼ਾਨਾ ਮੰਤਰੀ ਉਦੋਂ ਵੀ ਉਹੀ, ਖਜ਼ਾਨਾ ਮੰਤਰੀ ਹੁਣ ਵੀ ਉਹੀ। ਮਨਪ੍ਰੀਤ ਬਾਦਲ ਨੇ ਜਦੋਂ ਤਾਂ ਮੁਲਾਜ਼ਮਾਂ ਨੂੰ ਕੁਛ ਦੇਣਾ ਹੈ, ਜਦੋਂ ਕਿਸਾਨਾਂ ਨੂੰ ਸਬਸਿਡੀ ਦੇਣੀ ਹੈ, ਜਦੋਂ ਕੱਚਿਆਂ ਨੂੰ ਪੱਕੇ ਕਰਨਾ ਹੈ, ਜਦੋਂ ਕੋਈ ਵੀ ਰਾਹਤ ਲੋਕਾਂ ਦੇ ਪੱਖ ਦੀ ਹੈ, ਉਦੋਂ ਖਜ਼ਾਨਾ ਬਿਲਕੁਲ, ਇਹ ਸਹੀ ਗੱਲ ਹੈ ਵੀ ਬਿਲਕੁਲ ਖਾਲੀ ਹੁੰਦਾ। ਪਰ ਉਹ ਖਜ਼ਾਨਾ ਕਿਹਦੇ ਕਰਕੇ ਖਾਲੀ ਹੁੰਦਾ? ਕਿਉਂਕਿ ਰੇਤ ਮਾਫੀਆ, ਹੁਣ
ਅਕਾਲੀ ਦਲ ਵੇਲੇ ਇਹ ਗੱਲ ਜਨਤਕ ਹੋ ਗਈ ਵੀ 40 ਕਰੋੜ ਸਾਲ ਭਰ ਦੇ ਵਿੱਚ 40 ਕਰੋੜ ਜਮ੍ਹਾਂ ਹੁੰਦਾ ਰਿਹਾ, ਤੇ ਜਿਹੜੀ ਮਤਲਬ 10,000 ਕਰੋੜ ਦੀ ਚੀਜ਼ ਹੈ ਉਹਦਾ ਟੈਕਸ ਤੁਸੀਂ 200-250 ਕਰੋੜ 5 ਸਾਲਾਂ ਦੇ ਵਿੱਚ ਕਰੋਗੇ। ਇਹੀ ਹੁਣ ਮਤਲਬ ਉਹਦੇ ਹੋਇਆ ਕਾਂਗਰਸ ਦੇ ਵੇਲੇ ਹੋ ਰਿਹਾ। ਤੇ ਇਹੀ ਸਾਰੀਆਂ ਸੋਰਸਾਂ ਤੋਂ ਜਿਹੜੀ ਆਪਾਂ ਗੱਲ ਕੀਤੀ ਆ, ਇਹ 25,000 ਕਰੋੜ ਦੇ ਲਗਭਗ ਇਹ ਬਜਟ ਬਣਦਾ, ਸਰਕਾਰ ਦਾ ਖਜ਼ਾਨਾ ਭਰਦਾ ਇਹਦੇ ਨਾਲ। ਪਰ ਪੰਜਾਬ ਦਾ ਖਜ਼ਾਨਾ ਜਿਹੜਾ ਬਜਟ ਕਿੰਨਾ 13,000 ਕਰੋੜ, 25-30,000 ਕਰੋੜ ਇਹਨਾਂ ਸਾਧਨਾਂ ਤੋਂ ਜਮ੍ਹਾਂ ਹੋਊਗਾ। ਫਿਰ ਕੀ ਹੈ, ਫਿਰ ਲੋਕਾਂ ਨੂੰ ਜਿਹੜੀ ਆਰਥਿਕਤਾ ਉਹ ਫੈਲਰੂਗੀ। ਜਿਹੜੀ ਹੁਣ ਕਿਸਾਨਾਂ ਦੀ ਐਜੀਟੇਸ਼ਨ ਹੈ, ਕਿਸਾਨਾਂ ਦੀ ਐਜੀਟੇਸ਼ਨ ਕਾਹਦੇ ਤੇ ਹੈ, ਖੇਤੀ ਦੇ 2-3 ਕਾਨੂੰਨ ਨੇ ਕਾਲੇ, ਤੇ 2 ਜਿਹੜੀਆਂ ਇਹਦੀ MSP ਦੀ ਮੰਗ ਹੈ। 3 ਕਾਲੇ ਕਾਨੂੰਨ, ਇੱਕ MSP ਨੂੰ ਰੈਗੂਲਰ ਕਰੋ, ਕਾਨੂੰਨੀ ਕਰੋ, ਤੇ ਕਾਲੇ ਕਾਨੂੰਨ ਨੂੰ ਬੰਦ ਕਰੋ। ਪਰ ਮੈਂ ਕਹਿੰਦਾ ਵੀ ਇਹਦੇ ਨਾਲ ਵੀ ਕਿਸਾਨਾਂ ਦਾ ਭਲਾ ਨਹੀਂ ਹੋਣਾ। ਇਹ ਜਦੋਂ ਨਹੀਂ ਸੀ ਦੋਨੇ ਚੀਜ਼ਾਂ, ਕਿਸਾਨ ਉਦੋਂ ਵੀ ਮਰਦੇ ਸੀ, ਕਿਸਾਨ ਹੁਣ ਵੀ ਮਰ ਰਹੇ ਨੇ। ਖੁਦਕੁਸ਼ੀਆਂ ਦੀ ਜਿਹੜੀ ਖੇਤੀ ਹੈ ਉਹ ਉਦੋਂ ਰੁਕੂਗੀ ਜਦੋਂ ਕਿਸਾਨ ਕਰਜ਼ਈ ਹੋਣੋਂ ਹਟ ਜੂ। ਕਰਜ਼ਈ ਉਦੋਂ ਤੱਕ ਕਿਸਾਨ ਹੁੰਦਾ ਰਹੂਗਾ ਜਦੋਂ ਉਹਦੀ ਫਸਲ ਦਾ ਮੁੱਲ ਹੈ ਜਿਹੜਾ ਉਹ ਇੰਡਸਟਰੀ ਦੀ ਤਰ੍ਹਾਂ ਉਹਦੀ ਫਸਲ ਦਾ ਮੁੱਲ ਉਹ ਆਪ ਨਹੀਂ ਕਰੂਗਾ। ਆਪ ਮੁੱਲ ਤਾਂ ਤੈਅ ਕਰ ਸਕੂਗਾ ਜੇ ਐਗਰੀਕਲਚਰ ਕੋਆਪਰੇਟਿਵ ਹੋ ਜੇ, ਐਗਰੀਕਲਚਰ ਸ਼ਹਿਰਾਂ ਦੀ ਥਾਂ 'ਤੇ ਪਿੰਡਾਂ 'ਚ ਆ ਜੇ, ਪਿੰਡਾਂ ਦੇ ਵਿੱਚ ਮਤਲਬ ਜਿਹੜੀ ਐਗਰੀਕਲਚਰ ਕੋਆਪਰੇਟਿਵ ਹੋ ਜੇ, ਇੰਡਸਟਰੀ ਖੇਤੀ ਆਧਾਰਿਤ ਕਾਰਖਾਨਿਆਂ 'ਤੇ ਕਾਰਖਾਨੇ ਲੱਗਣ, ਤੇ ਕਾਰਖਾਨੇ ਨੇ ਜਿਹੜੇ ਜਦੋਂ ਪਿੰਡਾਂ 'ਚ ਲੱਗਦੇ ਨੇ, ਇਹਦੇ ਨਾਲ ਸਾਰੀ ਬੇਰੁਜ਼ਗਾਰੀ ਦਾ ਮਸਲਾ ਵੀ ਹੱਲ ਹੋਊ। ਜਿਹੜੇ ਲੋਕ ਜਿਹੜੀ ਚੀਜ਼ ਪੈਦਾ ਕਰਦੇ ਨੇ ਉਹ ਚੀਜ਼ ਦੀ ਵਰਤੋਂ ਵੀ ਹੋਊਗੀ ਉਹਨਾਂ ਦੀ। ਤੇ ਇਸ ਰੂਪ ਦੇ ਵਿੱਚ ਮੈਂ ਸਮਝਦਾ ਵੀ ਇਹ ਕੰਮ ਕਰਨਾ ਚਾਹੀਦਾ। ਕਿਸਾਨੀ ਦੀ ਗੱਲ ਕੀਤੀ, ਪਿਛਲੇ ਸਮੇਂ ਦੌਰਾਨ ਦੇਖਿਆ ਜਾਵੇ ਜਿਹੜੇ ਕਿਸਾਨ ਵਰਗ ਨਾਲ ਨੌਜਵਾਨ ਨੇ, ਲੜਕੇ ਨੇ, ਲੜਕੀਆਂ ਨੇ, ਪੜ੍ਹੀਆਂ ਨੇ, ਚੰਗੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਨੇ, ਉਹ ਜ਼ਿਆਦਾਤਰ ਉਹੀ ਲੋਕ ਨੇ ਜਿਹੜੇ ਕੋਲੇ ਕੁਝ ਪੈਸਾ, ਉਹਦਾ ਪੈਸਾ ਲਾ ਕੇ ਬਾਹਰ ਚਲੇ ਜਾਂਦੇ ਨੇ। ਜਿਹੜੇ ਮਿਡਲ ਕਲਾਸ ਕਿਸਾਨੀ ਆ ਜਾਂ ਮਜ਼ਦੂਰ ਨੇ, ਉਹਨਾਂ ਦੇ ਬੱਚੇ ਪੜ੍ਹ ਕੇ ਅੱਜ ਦੇ ਪਿਛਲੇ ਸਮੇਂ ਤੋਂ ਰੁਜ਼ਗਾਰ ਦੇ ਲਈ ਸੰਘਰਸ਼ ਕਰਦੇ ਆ ਰਹੇ ਨੇ, ਕਈ ਥਾਵਾਂ 'ਤੇ ਟੈਂਕੀਆਂ 'ਤੇ ਚੜ੍ਹੇ ਹੋਏ ਨੇ। ਪਰ ਸਰਕਾਰ ਵੀ ਵਾਅਦੇ ਕਰ ਰਹੀ ਹੈ, ਪੋਸਟਾਂ ਕੱਢੀਆਂ ਨੇ, ਇੰਨੀਆਂ ਕੀਤੀਆਂ। ਕਿ ਹਰੇਕ ਸਰਕਾਰ ਅਜਿਹੀ ਜਿਹੜੀ ਪੋਸਟਾਂ ਕੱਢਦੀ ਆ ਉਹਨਾਂ ਦੇ ਵਿੱਚ ਨੂੰ ਕਿਸੇ ਢੰਗ ਨਾਲ ਪੇਸ਼ ਕਰਦੀ ਆ ਕਿ ਅਦਾਲਤਾਂ 'ਚ ਕੇਸ ਚਲੇ ਜਾਂਦੇ ਆ, ਫਿਰ ਸਟੇ ਲੱਗ ਜਾਂਦੀ ਆ। ਇਹ ਕੀ ਸਰਕਾਰਾਂ ਦੀਆਂ ਨੀਤੀਆਂ ਨੇ ਵੀ ਕਿ ਪਹਿਲਾਂ ਉਹਨਾਂ 'ਚ ਕਮੀਆਂ ਛੱਡੋ, ਅਦਾਲਤਾਂ 'ਚ ਸਟੇ ਕੇਸ ਜਾਣ, ਤੇ ਫਿਰ ਉਹਨੂੰ ਲਮਕਾ ਕੇ ਲੋਕਾਂ ਨੂੰ ਬੇਰੁਜ਼ਗਾਰ ਉਹੀ ਰੱਖਿਆ ਜਾਵੇ? ਦੇਖੋ, ਰੁਜ਼ਗਾਰ ਆ ਜਿਹੜਾ, ਇੱਕ ਗੱਲ ਸਾਨੂੰ ਸਮਝਣੀ ਪਊਗੀ, ਰੁਜ਼ਗਾਰ ਓਨਾ ਚਿਰ ਸਹੀ ਨਹੀਂ ਮਿਲ ਸਕਦਾ ਜਿੰਨਾ ਚਿਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਹੈਗਾ। ਪੈਸਾ ਜਿਹੜਾ ਆਪਾਂ ਪਹਿਲਾਂ ਇੱਕ ਗੱਲ ਕੀਤੀ ਹੈ ਵੀ ਜਿਹੜੇ ਸਰਵਜਨਕ ਸੋਰਸ ਨੇ ਉਹ ਉੱਥੋਂ ਪੈਸਾ ਬਾਹਰ ਪ੍ਰਾਈਵੇਟ ਹੱਥਾਂ 'ਚ ਜਾ ਰਿਹਾ, ਉਹ ਸਰਕਾਰੀ ਖਜ਼ਾਨੇ 'ਚ ਨਹੀਂ ਆਉਂਦਾ। ਦੂਜਾ ਪੈਸਾ ਖੇਤੀ ਦੇ ਉੱਤੇ ਕੁਛ ਨਹੀਂ ਹੋ ਰਿਹਾ। ਖੇਤੀ ਇੱਕ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਹੀ ਖੇਤੀ ਪ੍ਰਧਾਨ ਦੇਸ਼ ਹੈ, ਪੰਜਾਬ ਤਾਂ ਬਿਲਕੁਲ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਬਾਰੇ ਅੱਜ ਤੱਕ ਕਦੇ ਖੇਤੀ ਦੀ ਨੀਤੀ ਨਹੀਂ ਬਣੀ ਪੰਜਾਬ ਦੀ, ਤੇ ਨਾ ਹੀ ਖੇਤੀ ਬਾਰੇ ਜਿਹੜਾ ਕਦੇ ਖੋਜ ਸੰਸਥਾ, ਜਿਹੜਾ ਪੈਸਾ ਲੱਗਣਾ ਨਾ ਖੋਜ ਕਰਨ 'ਚ, ਜਿਵੇਂ ਇੰਡਸਟਰੀ 'ਤੇ ਵੱਡੀਆਂ ਖੋਜਾਂ ਹੁੰਦੀਆਂ ਨੇ ਵੀ ਆਹ ਗੱਡੀ ਕੱਢੋ, ਆਹ ਕੱਢੋ, ਆਹ ਕੱਢੋ, ਆਹ ਕੱਢੋ, ਕਿੰਨਾ ਕੁਛ ਇੰਡਸਟਰੀ 'ਤੇ ਅਰਬਾਂ ਖਰਬਾਂ ਰੁਪਇਆ ਉਹਦੀ ਖੋਜ 'ਤੇ ਲੱਗਦਾ। ਪਰ ਖੇਤੀਬਾੜੀ 'ਤੇ ਕੀ ਲੱਗਦਾ? ਖੇਤੀਬਾੜੀ 'ਤੇ ਕੁਛ ਨਹੀਂ ਲੱਗ ਰਿਹਾ। ਆ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਸਾਡੀ, ਜਿੰਨੀ ਕਿ ਇਹਦੇ ਕੋਲੇ ਉਹ ਫਰੀਦਕੋਟ ਦੇ ਵਿੱਚ ਇਹਦੇ ਕੋਲ ਇੱਕ ਫਰੀ ਵਰਗੀ ਜ਼ਮੀਨ ਮਿਲੀ ਹੋਈ ਸੀ, ਉਹ ਵੀ ਸਗੋਂ ਉਹਨਾਂ ਨੇ ਛੱਡਤੀ ਜਿੱਥੇ ਖੋਜ ਕਾਰਜ ਹੁੰਦੇ ਸੀ। ਉਹ ਵੀ ਮਤਲਬ ਜਿਹੜੀ ਮਹਾਰਾਜਾ ਫਰੀਦਕੋਟ ਦੀ ਜ਼ਮੀਨ ਸੀਗੀ, ਜਿਹੜੀ ਉਹ ਖੇਤੀ ਵਾਸਤੇ ਇਹਨਾਂ ਨੂੰ ਥੋੜ੍ਹੇ ਜਿਹੇ ਠੇਕੇ 'ਤੇ ਦਿੱਤੀ ਜਾਂਦੀ ਸੀ, ਉਹ ਵੀ ਇਹਨਾਂ ਨੇ ਛੱਡਤੀ ਵੀ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਠੇਕੇ ਦੇਣ ਨੂੰ। ਇਹਦਾ ਮੀਨ ਜੀ ਕੀ ਹੈ ਵੀ ਖੇਤੀ 'ਤੇ ਖੋਜ ਨਹੀਂ ਹੋ ਰਹੀ। ਜੇ ਖੋਜ ਨਹੀਂ ਹੋ ਰਹੀ, ਇਨਕਮ ਨਹੀਂ ਵੱਧ ਰਹੀ, ਤੇ ਇਨਕਮ ਜੇ ਵੱਧ ਨਹੀਂ ਰਹੀ ਤਾਂ ਮੈਂ ਸਮਝਦਾ ਬੇਸਿਕ 3 ਗੱਲਾਂ ਨੇ ਜੀ। ਰੁਜ਼ਗਾਰ ਸਭ ਤੋਂ ਵੱਡੀ ਲੋੜ ਹੈ, ਪਰ ਇਹ ਰੁਜ਼ਗਾਰ ਦੀ ਪੂਰਤੀ ਤਾਂ ਹੋਊਗੀ ਜੇ ਐਜੂਕੇਸ਼ਨ ਹਰ ਇੱਕ ਦਾ ਬੁਨਿਆਦੀ ਅਧਿਕਾਰ ਹੋ। ਹਾਇਰ ਐਜੂਕੇਸ਼ਨ ਤੱਕ ਜੇ ਗਰੀਬ ਤੋਂ ਗਰੀਬ ਬੱਚਾ ਵੀ ਪੜ੍ਹ ਕੇ ਜਾਂਦਾ ਤਾਂ ਉਹਦਾ ਬੁਨਿਆਦੀ ਅਧਿਕਾਰ ਸਿੱਖਿਆ ਦਾ ਹੋਊਗਾ। ਐਜੂਕੇਸ਼ਨ ਪ੍ਰਾਈਵੇਟ ਨਹੀਂ ਹੋਣੀ ਚਾਹੀਦੀ, ਦੋਗਲੀ ਨਹੀਂ ਹੋਣੀ ਚਾਹੀਦੀ, ਤੇ ਇਹ ਸਰਕਾਰੀ ਹੋਣੀ ਚਾਹੀਦੀ ਹੈ। ਸਿਹਤ ਦਾ ਹੱਕ ਬੁਨਿਆਦੀ ਹੋਣਾ ਚਾਹੀਦਾ, ਤੇ ਹਰ ਇੱਕ ਨੂੰ ਮੁਫਤ ਇਲਾਜ ਹੋਣਾ ਚਾਹੀਦਾ। ਜਦੋਂ ਇਹ ਚੀਜ਼ਾਂ, ਸਿਹਤ ਵਧੀਆ ਹੋਈ, ਸਿੱਖਿਆ ਵਧੀਆ ਹੋਈ, ਰੁਜ਼ਗਾਰ ਆਪਣੇ ਆਪ ਮਿਲੂਗਾ, ਤੇ ਇਹਦੀ ਜਿਹੜੀ ਆਰਥਿਕਤਾ ਦੀ ਤੰਦਰੁਸਤੀ ਵੀ ਬਣ ਜਾਣੀ ਹੈ। ਤੰਦਰੁਸਤੀ ਆਰਥਿਕਤਾ ਦੀ ਤਾਂ ਬਣੂਗੀ ਜੇ ਲੋਕ ਇਹ ਜਿਹੜਾ ਮਤਲਬ ਹਸਪਤਾਲ ਪ੍ਰਾਈਵੇਟ,
ਸਕੂਲ ਪ੍ਰਾਈਵੇਟ, ਕਾਲਜ ਪ੍ਰਾਈਵੇਟ, ਯੂਨੀਵਰਸਿਟੀਆਂ ਪ੍ਰਾਈਵੇਟ, ਬਾਹਰਲੇ ਜਿਹੜੇ ਸਾਰੇ ਸੋਰਸ ਨੇ ਜਨਤਕ, ਉਹ ਆਪਦੀ ਨਿੱਜੀ ਜੇਬਾਂ 'ਚ ਜਾ ਰਹੇ ਨੇ। ਜੇ ਲੋਕ ਇਹਨਾਂ ਸਾਰੀਆਂ ਚੀਜ਼ਾਂ 'ਤੇ ਕੋਟਲੀ ਜੀ ਨਿਗਾਹ ਰੱਖਣਗੇ ਤਾਂ ਇਹ ਲੋਕਾਂ ਦੀ ਸਿਹਤ ਵੀ ਠੀਕ ਹੋ ਜੂ, ਰੁਜ਼ਗਾਰ ਵੀ ਠੀਕ ਹੋ ਜੂ, ਟੈਂਕੀਆਂ 'ਤੇ ਚੜ੍ਹੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੂ। ਨਹੀਂ ਤਾਂ ਝੂਠ ਬੋਲਣਗੇ। 36,000 ਨੂੰ ਜਦੋਂ ਭਰਤੀ ਕਰਨ ਦਾ ਮੌਕਾ ਆਇਆ ਤੇ ਫਿਰ ਕੀ ਆ, ਉਹ 3600 ਰਹਿ ਜਾਣਾ। ਇਹੋ ਜਿਹਾ ਝਾਰਨਾ ਲਾਉਣਾ ਸ਼ੁਰੂ ਕਰਦੇ ਨੇ ਤੇ ਉਹਦੇ ਵਿੱਚ 3600 ਰਹਿ ਜਾਣਾ। ਤੇ ਹੁਣ ਪੱਕੇ ਕਰਨ ਦੀ ਗੱਲ ਹੈ। ਪੱਕੇ ਕਰਨ ਮੈਂ ਦੇਖ ਰਿਹਾ ਵੀ ਸਾਡੀ ਕਾਰਪੋਰੇਸ਼ਨ ਦੇ ਵਿੱਚ ਮੁਲਾਜ਼ਮ 3,300 350 ਭਰਤੀ ਕਰਨਾ, ਪਰ ਉਹਨੂੰ ਅਜੇ ਤੱਕ ਵੀ ਉਹੀ ਗੱਲ ਹੈ ਵੀ ਉਹ ਠੇਕੇ 'ਤੇ ਭਰਤੀ ਕਰ ਰਹੇ ਨੇ, ਜਦੋਂ ਕਿ ਸਰਕਾਰ ਕਹਿ ਰਹੀ ਹੈ ਵੀ ਇਹ ਮਤਲਬ ਸਰਕਾਰੀ ਨੌਕਰੀ ਹੈ, ਜਿਹੜੀ ਡੀ ਤਰ੍ਹਾਂ ਦੀਆਂ ਨੌਕਰੀਆਂ ਨੇ ਉਹ ਅਸੀਂ ਪਰਮਾਨੈਂਟ ਦੇਵਾਂਗੇ ਜੀ, ਸਰਕਾਰੀ ਨੌਕਰੀਆਂ ਸਰਕਾਰੀ ਭਰਤੀ ਕਰਾਂਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਚਾਲਬਾਜ਼ੀਆਂ ਨੇ ਲੋਕਾਂ ਨੂੰ ਸਮਝਣੀਆਂ ਪੈਣਗੀਆਂ ਤੇ ਲੋਕਾਂ ਨੂੰ ਆਪ ਦੇਖ ਕੇ ਹੀ, ਆਪ ਸਮਝ ਕੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਫੈਸਲੇ ਲੈਣੇ ਪੈਣਗੇ ਤੇ ਫਿਰ ਹੀ ਇਹਦੇ ਵਿੱਚ ਲੋਕਾਂ ਦਾ ਛੁਟਕਾਰਾ ਹੋਣਾ ਤੇ ਨਹੀਂ ਖਤਰਾ ਖਾਂਦੇ ਨੇ ਲੋਕਾਂ ਦੇ ਵਿੱਚ। ਤੁਹਾਨੂੰ ਇੱਕ ਪੁੱਛਣਾ ਚਾਹਾਂਗਾ, ਜੇ ਇਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਵੱਲੋਂ ਐਲਾਨ ਕੀਤੇ ਜਾ ਰਹੇ ਆ, ਬਿਆਨ ਕੀਤੇ ਜਾ ਰਹੇ ਹੈਗੇ ਵੀ ਇਹ ਕਰਾਂਗੇ ਇਹਨਾਂ ਤੋਂ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਜਿਹੜਾ ਹੈਗਾ ਹਕੀਕਤ ਜਾਪਦੀ ਹੈ ਵੀ ਕਿ ਹਾਂ ਸੱਚ ਇਹ ਪੂਰੇ ਹੋ ਜਾਣਗੇ ਵੀ ਐਵੇਂ ਜੁਕਰ ਐਲਾਨ ਕਰਦੇ ਹੋਏ, ਇਹ ਸਿਰਫ ਵੋਟਾਂ ਦੀ ਰਾਜਨੀਤੀ ਦੀ ਤੱਕ ਸੀਮਤ ਹੈ? ਦੇਖੋ, ਇਹ ਇੱਕ ਕਹਾਵਤ ਹੈ ਵੀ ਸਿਆਸੀ ਬੰਦੇ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਤੇ ਜੋ ਕਰਦੇ ਨੇ ਉਹ ਕਹਿੰਦੇ ਨਹੀਂ। ਮਤਲਬ ਇਹ ਸਿਰਫ ਲੋਕਾਂ ਨੂੰ ਲੁਭਾਉਣ ਲਈ, ਲੋਕਾਂ ਨੂੰ ਇੱਕ ਵਾਰੀ ਵੋਟਾਂ ਉਹਨਾਂ ਦੇ ਆਪਦੇ ਖਾਤੇ 'ਚ ਭੁਗਤਾਉਣ ਲਈ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਪਰ ਜਦੋਂ ਲੋਕ ਮਜ਼ਬੂਤ ਹੋ ਗਏ, ਜਦੋਂ ਲੋਕ ਸਮਝਦਾਰ ਹੋ ਗਏ, ਜਦੋਂ ਲੋਕ ਸਵਾਲ ਕਰਨ ਲੱਗ ਗਏ, ਜਦੋਂ ਲੋਕ ਮਤਲਬ ਉਹਨਾਂ ਨੂੰ ਪੁੱਛਣ ਲੱਗ ਗਏ ਵੀ ਤੁਹਾਡਾ ਇੰਨਾ ਬਜਟ, ਸਾਡਾ ਇੰਨਾ ਬਜਟ ਬਣਦਾ, ਉਹ ਕਿੱਥੇ ਗਿਆ? ਖੇਤੀ ਦੀ ਖੋਜ ਲਈ ਕਿੰਨਾ ਪੈਸਾ ਕਿਉਂ ਨਹੀਂ ਹੈਗਾ? ਇਹ ਜਿਹੜੇ ਪ੍ਰਾਈਵੇਟ ਐਡੇ ਹਸਪਤਾਲ ਉਸਰ ਰਹੇ ਨੇ ਤੇ ਇਹਨਾਂ ਕੋਲੇ ਇੰਨੇ ਪੈਸੇ ਕਿਉਂ ਲੈਂਦੇ ਨੇ? ਸਰਕਾਰੀ ਹਸਪਤਾਲ ਕਿਉਂ ਨਹੀਂ ਉਸਰ ਰਹੇ? ਤੇ ਇਹ ਜਦੋਂ ਸਾਰੀਆਂ ਚੀਜ਼ਾਂ ਦੇ ਸਵਾਲ ਲੋਕਾਂ ਸਾਹਮਣੇ ਆ ਗਏ, ਫਿਰ ਸਰਕਾਰਾਂ ਨੂੰ ਵੀ, ਜਿਹੜੇ ਇਸ ਤੋਂ ਭੱਜਦੇ ਨੇ ਉਹਨਾਂ ਨੂੰ, ਲੋਕਾਂ ਨੂੰ ਪਰਾਂ ਵਗਾਹ ਮਾਰਨਾ ਚਾਹੀਦਾ ਤੇ ਜਿਹੜੇ ਇਹਨਾਂ ਚੀਜ਼ਾਂ ਨੂੰ ਕਰਨ ਦੇ ਹੱਕ 'ਚ ਲੱਗਦੇ ਨੇ ਇਹ ਉਹਨਾਂ ਨੇ ਸੋਚਣਾ ਹੈ, ਉਹਨਾਂ ਨੂੰ ਵਿਚਾਰਨਾ ਹੈ। ਨਹੀਂ ਤਾਂ ਇਹ ਇਸੇ ਤਰ੍ਹਾਂ ਦੇ ਲਾਰੇ ਲੱਪਿਆਂ ਦੇ ਵਿੱਚ ਹੀ ਜ਼ਿੰਦਗੀ ਦੁਬਾਰਾ ਫੇਰ ਸ਼ੁਰੂ ਹੋ ਜਾਊਗੀ। ਆਹ 2-4 ਦਿਨਾਂ ਬਾਅਦ ਜਦੋਂ ਨਵੀਂ ਸਰਕਾਰ ਬਣ ਗਈ ਉੱਥੋਂ ਹੀ ਫੇਰ ਡਾਂਗਾ ਚੱਲ ਪੈਣੀਆਂ ਨੇ ਤੇ ਉੱਥੇ ਹੀ ਡਾਂਗਾ ਝੱਲਣਾ, ਉਹੀ ਸੜਕਾਂ ਦੇ ਉੱਤੇ ਫੇਰ ਹੋ ਜਾਣਾ ਤੇ ਲੋਕਾਂ ਨੂੰ ਇਹਦੇ ਲਈ ਜਾਗਰੂਕ ਹੋਣਾ ਪੈਣਾ ਹੈ। ਧੰਨਵਾਦ ਪਟਵਾਰੀ ਸਾਹਿਬ, ਤੁਸੀਂ ਸਾਡੇ ਨਾਲ ਇਸ ਵਿਸ਼ੇ 'ਤੇ ਆਪਾਂ ਗੱਲ ਕੀਤੀ। ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮਾਂ ਜੋ ਮੌਸਮ ਦੀ ਤਬਦੀਲੀ ਦੇ ਨਾਲ ਰਾਜਨੀਤਿਕ ਲੋਕ ਆਪਣੀ ਰਾਜਨੀਤੀ ਦਿਖਾਉਣ ਦੇ ਲਈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੋਟਰਾਂ ਤੱਕ ਜਾਣਗੇ, ਪਹੁੰਚ ਕਰਨਗੇ, ਤਾਂ ਉਸ ਸਮੇਂ ਤੁਹਾਡੇ ਨਾਲ, ਲੋਕਾਂ ਦੇ ਨਾਲ ਕਿਸ ਤਰ੍ਹਾਂ ਦੇ ਵਾਅਦੇ ਕਰਦੇ ਨੇ ਕਿ ਉਸ ਤੋਂ ਚੋਣਾਂ ਤੋਂ ਬਾਅਦ ਫਿਰ ਉਹੀ ਰਾਜਨੀਤੀ ਜਿਸ ਤਰ੍ਹਾਂ ਪਿਛਲੇ 10 ਸਾਲ ਅਕਾਲੀ ਸਰਕਾਰ ਵੇਲੇ ਵੀ, ਹੁਣ ਕਾਂਗਰਸ ਸਰਕਾਰ ਵੇਲੇ ਵੀ ਨੌਜਵਾਨ ਮੁਲਾਜ਼ਮ ਵਰਗ ਸੜਕਾਂ ਦੇ ਉੱਤੇ ਕੁੱਟੇ ਜਾਂਦੇ ਰਹੇ ਨੇ ਜਾਂ ਹੱਕਾਂ ਮੰਗਦੇ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਕਿ ਉਹੀ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹਨੂੰ ਲੋਕ ਕਿਤੇ ਤਬਦੀਲ ਕਰਨ ਦੇ ਲਈ ਕੀ ਭੂਮਿਕਾ ਨਿਭਾਉਂਦੇ ਨੇ? ਤੇ ਤੁਸੀਂ ਦੇਖਦੇ ਰਹਿਣਾ ਦੇਸ਼ ਚੈਨਲ। ਅਸੀਂ ਆਉਣ ਵਾਲੇ ਸਮੇਂ 'ਚ ਫਿਰ ਹਾਜ਼ਰ ਹੋਵਾਂਗੇ ਨਵੇਂ ਮੁੱਦੇ 'ਤੇ ਲੈ ਕੇ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ। ਧੰਨਵਾਦ। ਸਤਿ ਸ਼੍ਰੀ ਅਕਾਲ।